5 ਮਿਨਿਸਟਰਸ ਦੇ ਈਵਨ ਕੇ ਅਗੇਂਸਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਸੀਜਨ ਲੈ ਲਿਆ। ਬਟ ਇਹ ਕਿਤੇ ਬਿੱਲ ਜਿਹੜੀ ਆ ਬਾਕੀ ਇਸ਼ੂਜ਼ ਤੇ ਵੀ ਦਿਖਾਈ ਹੋਵੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਇਸ਼ੂ ਵੀ ਛੋਟਾ ਰਹਿ ਜਾਵੇ। ਮੈਂ ਬਿਲਕੁਲ ਕਿਸੇ ਧੜੇ 'ਚ ਨਹੀਂ ਹੈਗਾ। ਜੇ ਨਵਜੋਤ ਸਿੱਧੂ ਵੀ ਕੋਈ ਗਲਤ ਗੱਲ ਕਰਦਾ ਮੈਂ ਉਹਦੇ ਨਾਲ ਵੀ ਇਹ ਗੱਲ ਤੇ ਬਹਿਸ ਕਰ ਲੈਣਾ ਹੁੰਦਾ, ਬਟ ਐਟ ਦਾ ਸੇਮ ਟਾਈਮ ਇਹਨੂੰ ਧੜੇਬਾਜ਼ੀ ਬਣਾਈ ਗਈ ਆ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਪੈਦਾ ਵੀ ਨਹੀਂ ਹੋਏ ਸੀ ਜਿਹੜੇ ਵਿਰੋਧ ਕਰ ਰਹੇ ਨੇ। ਪੈਦਾ ਤਾਂ ਫਿਰ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ, ਬਲੱਡ ਰਿਲੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲੀ, ਪੈਦਾ ਤਾਂ ਉਹ ਵੀ ਨਹੀਂ ਹੋਏ ਸੀਗੇ ਜਿਨ੍ਹਾਂ ਨੂੰ ਹੁਣ ਨੌਕਰੀ ਦਿੱਤੀ ਜਾ ਰਹੀ ਹੈ। ਜਿੱਦਾਂ ਕਹਿੰਦੇ ਹੁੰਦੇ ਵੀ ਇੰਨਾ ਵੱਡੇ ਰੇੜੀਆਂ ਮੁੜ ਆਪਣਿਆਂ ਨੂੰ। ਅੱਛਾ, ਫਿਰ ਬੇਸਿਕਲੀ ਬਾਕੀਆਂ ਲਈ ਵੀ ਆਪਾਂ ਤਾਂ ਕੀ ਕਰਨਾ ਹੈਗਾ, ਵੋਟਾਂ ਤਾਂ ਉਹਨਾਂ ਨੇ ਵੀ ਪਾਈਆਂ ਹੈਗੀਆਂ। ਇਸ ਨੌਕਰੀ ਦੇ ਬਹਾਨੇ ਹੋਰ ਵਿਧਾਇਕਾਂ ਦੀ ਫੌਜ ਨਾਲ ਖੜੀ ਕਰਨਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ। ਇਹ ਅਨਫੋਰਚੂਨੇਟਲੀ ਆ, ਇਹ ਪਾਰਟੀ ਲਈ ਵੀ ਅਨਫੋਰਚੂਨੇਟ ਆ, ਇਹ ਸਰਕਾਰ ਲਈ ਵੀ ਅਨਫੋਰਚੂਨੇਟ ਆ। ਤੁਹਾਨੂੰ ਕੀ ਲੱਗਦਾ ਰੱਦ ਹੋਣੀ ਚਾਹੀਦੀ ਹੈ ਇਹ ਨਿਯੁਕਤੀ, ਰੱਦ ਕਰਨੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ? ਰੱਦ ਕਰਨੀ ਚਾਹੀਦੀ ਆ, ਔਰ ਜੇ ਕਿਤੇ ਕੋਈ ਡਿਸੀਜਨ ਹੋ ਵੀ ਜਾਂਦੇ ਹੁੰਦੇ ਆ ਉਹਨੂੰ ਇੰਨਾ ਰਿਜਿਡਿਟੀ ਨਾਲ ਨਹੀਂ ਲੈਣਾ ਚਾਹੀਦਾ। ਇਹਨਾਂ ਨੌਕਰੀਆਂ ਨਾਲ ਨੁਕਸਾਨ ਹੋਏਗਾ ਪੰਜਾਬ ਸਰਕਾਰ ਨੂੰ ਜਾਂ 2022 ਦੇ ਚੋਣਾਂ ਦੇ ਵਿੱਚ ਜਾਂ ਪੰਜਾਬ ਕਾਂਗਰਸ ਨੂੰ? ਪ੍ਰਗਟ ਸਿੰਘ ਜੀ, ਨਹੀਂ, ਮੈਨੂੰ ਲੱਗਦਾ ਹੈਗਾ ਵੀ ਡੈਫੀਨਿਟਲੀ, ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਆਪ ਹੀ ਕਹਿ ਦੇਣਾ ਚਾਹੀਦਾ ਕਿ ਸਾਨੂੰ ਇਸ ਨੌਕਰੀ ਦੀ ਜ਼ਰੂਰਤ ਨਹੀਂ ਹੈ। ਚਾਹੇ ਸਰਕਾਰ ਨੇ ਸਾਨੂੰ ਇਹ ਨੌਕਰੀ ਦੇ ਦਿੱਤੀ ਆ ਤੇ ਉਹਦੇ 'ਚ ਲੱਗਦਾ ਸਾਰੇ ਸਿਸਟਮ ਦੀ ਭਲਾਈ ਆ, ਔਰ ਉਹ ਵੀ ਇੱਕ ਚੰਗੇ ਕਿਰਦਾਰ ਵਜੋਂ ਅੱਗੇ ਉੱਭਰਨਗੇ, ਕਿਉਂਕਿ ਉਹਨਾਂ ਨੂੰ ਜੇ ਉਹ ਆਪ ਹੀ ਇਹ ਗੱਲ ਕਹਿ ਦੇਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਵਿਕਰਮ ਸਿੰਘ। ਲਗਾਤਾਰ ਵਿਰੋਧ ਹੋ ਰਿਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਫੈਸਲੇ ਦਾ, ਜੋ 2 ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਹੈ। ਕਹਿੰਦੇ ਕਿ ਵਾਅਦਾ ਤਾਂ ਕੀਤਾ ਗਿਆ ਸੀ ਘਰ ਘਰ ਰੁਜ਼ਗਾਰ ਦੇਣ ਦਾ, ਪਰ ਆਪਣੇ ਹੀ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਹੈ। ਪ੍ਰਗਟ ਸਿੰਘ ਜੀ ਸਾਡੇ ਨਾਲ ਜੁੜ ਗਏ ਨੇ। ਪ੍ਰਗਟ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਵਿਕਰਮ, ਥੈਂਕ ਯੂ। ਕੀ ਕਹੋਗੇ, ਘਰ ਘਰ ਰੁਜ਼ਗਾਰ ਦੀ ਗੱਲ ਹੋਈ ਸੀ, ਪਰ ਕਰੋੜਪਤੀ ਵਿਧਾਇਕ ਨੇ ਜਿਹੜੇ, ਉਹਨਾਂ ਦੇ ਬੇਟਿਆਂ ਨੂੰ ਨੌਕਰੀ ਮਿਲ ਰਹੀ ਹੈ। ਦੇਖੋ, ਮੈਂ ਤਾਂ ਅਸਲੀ ਗੱਲ ਹੈ ਇਸ ਗੱਲ ਦੇ ਅਗੇਂਸਟ ਹੈਗਾ। ਇਸ ਕਰਕੇ ਅਗੇਂਸਟ ਆ ਵੀ ਸਾਨੂੰ ਪੈਰਾਮੀਟਰਸ ਪੋਲੀਟੀਕਲ ਬੰਦਿਆਂ ਲਈ ਅਲੱਗ ਤੇ ਆਮ ਲੋਕਾਂ ਲਈ ਅਲੱਗ ਨਹੀਂ ਰੱਖਣੇ ਚਾਹੀਦੇ, ਕਿਉਂਕਿ ਜੇ ਤਾਂ ਇਹ ਉਹਦੇ ਵਿੱਚ ਫਾਲ ਕਰਦੇ ਆ ਵੀ ਉਹਦੇ ਵਿੱਚ ਜਿਹੜਾ ਕ੍ਰਾਈਟੇਰੀਆ ਵੀ ਹੈਗਾ ਕਿ ਕੰਪੈਸ਼ਨੇਟ ਗਰਾਊਂਡ ਕਹਿੰਦੇ ਕਿਹਨੂੰ ਆ, ਕਿਉਂਕਿ ਮੈਨੂੰ ਤਾਂ ਐ ਲੱਗਦਾ ਹੁੰਦਾ ਕੰਪੈਸ਼ਨੇਟ ਗਰਾਊਂਡ ਇਹ ਆ ਵੀ ਜਿਹਨੇ ਉਸ ਲੈਵਲ ਦਾ ਸੈਕਰੀਫਾਈਸ ਕੀਤਾ ਹੋਵੇ ਤੇ ਉਹ ਕਿਤੇ ਨਾ ਕਿਤੇ ਉਹਦੇ ਰੁਜ਼ਗਾਰ ਤੋਂ ਜਾਂ ਰੋਟੀ ਤੋਂ ਉਹ ਵੀ ਤੰਗ ਹੋਵੇ, ਤਾਂ ਮੇਰਾ ਖਿਆਲ ਉਹਨਾਂ ਪਰਿਵਾਰਾਂ ਨੂੰ ਦੇਣੀ ਚਾਹੀਦੀ ਆ, ਨਾ ਕਿ ਉਹਨਾਂ ਪਰਿਵਾਰਾਂ ਨੂੰ ਦੇਣੀ ਚਾਹੀਦੀ ਆ ਜਿਹੜੇ ਆਲਰੇਡੀ ਵੈਲ ਐਸਟੈਬਲਿਸ਼ਡ ਹੈਗੇ ਆ। ਤੇ ਮੈਨੂੰ ਐ ਲੱਗਦਾ ਕਿ ਹਾਂ ਵੀ ਇਹ ਕਿਉਂਕਿ ਸਾਡੇ 450 ਕਿਸਾਨਾਂ ਦੀ ਜਿਹੜੀ ਇਸ ਐਜੀਟੇਸ਼ਨ ਦੇ ਵਿੱਚ ਡੈਥ ਹੋਈ ਆ, ਤੇ ਈਵਨ ਪੁਲਿਸ ਦੇ ਵਿੱਚ 10,000 ਜਿਹੜਾ ਕਾਂਸਟੇਬਲ ਦੀ ਭਰਤੀ ਦਾ ਪ੍ਰੋਸੈਸ ਸ਼ੁਰੂ ਹੋਇਆ ਆ, ਤੇ ਸਾਨੂੰ 450 ਉਹਨਾਂ ਪਰਿਵਾਰਾਂ ਲਈ ਰਿਜ਼ਰਵ ਕਰ ਦੇਣੇ ਚਾਹੀਦੇ ਆ। ਮੈਂ ਨਹੀਂ ਕਹਿੰਦਾ ਕਿ ਉਹਨਾਂ ਦੇ ਬੇਸਿਕ ਪੈਰਾਮੀਟਰ ਠੀਕ ਨਾ ਹੋਣ, ਮੈਂ ਨਹੀਂ ਕਹਿੰਦਾ ਵੀ ਉਹਨਾਂ ਦੇ ਟੈਸਟ ਨਾ ਹੋਣ, ਬਟ ਸਾਨੂੰ ਇਦਾਂ ਦੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਜਿੱਥੇ ਆਮ ਲੋਕਾਂ ਨੂੰ ਉਹਦੇ ਵਿੱਚ ਸ਼ਮੂਲੀਅਤ ਮਿਲ ਸਕੇ, ਔਰ ਆਮ ਲੋਕਾਂ ਦੀ ਰੋਜ਼ੀ ਦਾ ਜਿਹੜਾ, ਕਿਉਂਕਿ ਅਲਟੀਮੇਟ ਸਟੇਟ ਦਾ ਇਹ ਵੀ ਸਬਜੈਕਟ ਆ ਵੀ ਆਮ ਜਿਹੜਾ ਲੋਕ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਕਿਤੇ ਨਾ ਕਿਤੇ ਵਸੀਲਾ ਵੀ ਕਰਨਾ ਹੈਗਾ। ਪਰ ਕੈਬਨਿਟ ਦੇ ਵਿੱਚ ਵੀ ਵਿਰੋਧ ਹੋਇਆ ਸੀ ਪ੍ਰਗਟ ਸਿੰਘ ਜੀ, ਕੈਬਨਿਟ ਦੇ ਵਿੱਚ ਵੀ ਵਿਰੋਧ ਹੋਇਆ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਸੀ ਇੱਕ, ਕੱਲ ਜਦੋਂ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਏ ਕੈਪਟਨ ਅਮਰਿੰਦਰ ਸਿੰਘ, ਤਾਂ ਸਵਾਲ ਸੀਗਾ ਇਹ, ਉਹਨਾਂ ਨੂੰ ਕਿਹਾ ਕਿ ਸਾਰੇ ਵਿਰੋਧ ਕਰ ਰਹੇ ਨੇ ਔਰ ਤੁਹਾਡੇ ਆਪਦੇ MLA ਕੁਛ ਇੱਕ ਦਾ ਨਾਮ ਲਿਆ ਗਿਆ ਸੀ, ਤਾਂ ਉਹ ਕਹਿੰਦੇ ਉਹ ਤਾਂ ਉਦੋਂ ਜੰਮੇ ਨਹੀਂ ਸੀ ਜਦੋਂ ਪੰਜਾਬ ਦੇ ਹਾਲਾਤ ਮਾੜੇ ਸੀ। ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਡਿਫੈਂਡ ਕੀਤਾ, ਉਹਨਾਂ ਨੇ ਕਿਹਾ ਕਿ ਪਰਵਾਹ ਨਹੀਂ, ਸਿੱਧੇ ਜਿਹੇ ਤੌਰ ਤੇ ਜਿਹੜਾ ਜਵਾਬ ਸੀ ਉਹ ਇਸੇ ਤਰ੍ਹਾਂ ਦਾ ਹੀ ਸੀਗਾ ਕਿ ਮੈਨੂੰ ਪਰਵਾਹ ਨਹੀਂ, ਮੈਂ ਤਾਂ ਡਿਸੀਜਨ ਲੈ ਲਿਆ। ਦੇਖੋ, 5 ਮਿਨਿਸਟਰਸ ਦੇ ਈਵਨ ਕੇ ਅਗੇਂਸਟ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਸੀਜਨ ਲੈ ਲਿਆ, ਬਟ ਇਹ ਕਿਤੇ ਬਿੱਲ ਜਿਹੜੀ ਆ ਬਾਕੀ ਇਸ਼ੂਜ਼ ਤੇ ਵੀ ਦਿਖਾਈ ਹੋਵੇ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਇਸ਼ੂ ਵੀ ਛੋਟਾ ਰਹਿ ਜਾਵੇ, ਕਿਉਂਕਿ ਜਿਹੜੇ ਉਹਦੇ ਵਿੱਚ ਹੋਰ ਇਸ਼ੂਜ਼ ਹੈਗੇ ਆ ਫਿਰ ਉੱਥੇ ਵੀ ਇਦਾਂ ਦੀ ਬਿੱਲ ਆਪਾਂ ਕਿਉਂ ਨਹੀਂ ਦਿਖਾਉਂਦੇ, ਤੇ ਤਾਂ ਜਿਹੜਾ ਸਾਡਾ ਪੰਜਾਬ ਜਿਹੜਾ ਆ ਉਹ ਬਿਹਤਰ ਜਗ੍ਹਾ ਤੇ ਜਾਂ ਬਿਹਤਰ ਸਿਸਟਮ ਵੱਲ ਜਿਹੜਾ ਮੋੜ ਕੱਟ ਸਕੇ। ਇਹੋ ਜੀ ਕੀ ਮਜਬੂਰੀ ਪੈ ਗਈ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬਾਕੀ ਚੀਜ਼ਾਂ ਵਾਸਤੇ ਵੀ ਇਹ ਵਿਲ ਪਾਵਰ ਦਿਖਾਈ ਹੁੰਦੀ ਤਾਂ ਬਿਹਤਰ ਹੁੰਦੇ ਪੰਜਾਬ ਦੇ ਹਾਲ, ਇਹੋ ਜੀ ਮਜਬੂਰੀ ਕੀ ਸੀ? ਫਿਰ ਸਿਚੁਏਸ਼ਨ ਕੀ ਬਣ ਗਈ ਕਿ 2 ਵਿਧਾਇਕਾਂ ਦੇ ਬੇਟਿਆਂ ਨੂੰ ਇੰਨੇ ਵਿਰੋਧ ਦੇ ਬਾਵਜੂਦ ਵੀ ਨੌਕਰੀ ਦੇਣੀ ਪੈ ਗਈ ਕੈਪਟਨ ਸਾਹਿਬ ਨੂੰ? ਇਹ ਵਿਕਰਮ ਬੇਸਿਕਲੀ ਮੀਡੀਆ ਦਾ ਵੀ ਵਿੱਚ ਰੋਲ ਹੈਗਾ। ਜਦੋਂ 2 ਗਰੁੱਪਾਂ ਨੂੰ ਤੁਸੀਂ 2 ਗਰੁੱਪ ਕਹਿ ਦਿੱਤਾ ਨਾ, ਅਸਲੀ ਗੱਲ ਹੈ ਕਾਂਗਰਸ ਦੇ ਵਿੱਚ ਗਰੁੱਪ ਨਹੀਂ ਹੈ,
ਅੱਛਾ, ਨਵਜੋਤ ਸਿੱਧੂ ਨੇ ਕਦੀ ਗਰੁੱਪ ਨਹੀਂ ਬਣਾਇਆ, ਮੈਂ ਕਦੀ ਗਰੁੱਪ ਨਹੀਂ ਬਣਾਇਆ। ਅੱਛਾ, ਲੇਕਿਨ ਤੁਸੀਂ ਲੋਕਾਂ ਨੇ ਹੌਲੀ ਹੌਲੀ ਇਹ ਕਰ ਦਿੱਤਾ ਵੀ ਇਟ ਇਜ਼ ਏ ਨਵਜੋਤ ਸਿੱਧੂ ਵਰਸਸ ਕੈਪਟਨ ਅਮਰਿੰਦਰ ਸਿੰਘ, ਜਦ ਕਿ ਇਹ ਗੱਲ ਨਹੀਂ ਹੈਗੀ। ਗੱਲ ਤਾਂ ਇਸ਼ੂਜ਼ ਦੀ ਆ। ਨਹੀਂ ਪ੍ਰਗਟ ਜੀ, ਅਸੀਂ ਨਹੀਂ ਕੀਤਾ, ਇਹ ਤਾਂ ਆਲਰੇਡੀ ਚੱਲ ਹੀ ਰਿਹਾ। ਇਸ਼ੂਜ਼ ਤੇ ਹੀ ਭਾਵੇਂ ਬੋਲ ਰਹੇ ਨੇ ਪ੍ਰਗਟ ਸਿੰਘ ਬੋਲ ਰਹੇ ਨੇ, ਭਾਵੇਂ ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ, ਪਰ ਉਹ ਤਾਂ ਧੜੇਬੰਦੀ ਤਾਂ ਤੁਹਾਡੇ ਆਪਦੇ ਵਿਧਾਇਕ ਹੀ ਕਹਿੰਦੇ ਕਿ ਧੜੇਬੰਦੀ ਬਣ ਗਈ ਆ ਹੁਣ। ਨਹੀਂ, ਧੜੇਬੰਦੀ ਬਿਲਕੁਲ ਨਹੀਂ। ਤੁਹਾਨੂੰ ਗਿਣਿਆ ਜਾਂਦਾ ਨਵਜੋਤ ਸਿੰਘ ਸਿੱਧੂ ਦੇ ਖੇਮੇ ਦਾ ਵਿਧਾਇਕ? ਮੈਂ ਬਿਲਕੁਲ ਕਿਸੇ ਧੜੇ 'ਚ ਨਹੀਂ ਹੈਗਾ। ਜੇ ਨਵਜੋਤ ਸਿੱਧੂ ਵੀ ਕੋਈ ਗਲਤ ਗੱਲ ਕਰਦਾ, ਮੈਂ ਉਹਦੇ ਨਾਲ ਵੀ ਇਹ ਗੱਲ ਤੇ ਬਹਿਸ ਕਰ ਲੈਣਾ ਹੁੰਦਾ, ਬਟ ਐਟ ਦਾ ਸੇਮ ਟਾਈਮ ਇਹਨੂੰ ਧੜੇਬਾਜ਼ੀ ਬਣਾਈ ਗਈ ਆ। ਐਕਚੁਅਲੀ ਇੱਕ ਸੈਕਸ਼ਨ ਆਫ ਮੀਡੀਆ ਨੇ ਬੇਸਿਕਲੀ ਇਹ ਪ੍ਰੋਜੈਕਟ ਕਰਤਾ ਕਿ ਇਹ ਦੋ ਪਰਸਨੈਲਿਟੀਜ਼ ਦਾ ਕਲੈਸ਼ ਹੈ, ਜਦ ਕਿ ਇਹ ਗੱਲ ਨਹੀਂ ਹੈ। ਗੱਲ ਤਾਂ ਬੇਸਿਕਲੀ ਇਸ਼ੂਜ਼ ਦੀ ਆ। ਤੇ ਜਦੋਂ ਅਸੀਂ ਉਸ ਸ਼ਿਫਟ ਦੇ ਵਿੱਚ ਜਾਵਾਂਗੇ ਤਾਂ ਫਿਰ ਕਿਤੇ ਨਾ ਕਿਤੇ ਵਿਧਾਇਕ ਇਕੱਠੇ ਕਰਨ ਦੀ ਹੋੜ ਲੱਗ ਜੂ, ਤੇ ਉਹਦੇ ਵਿੱਚ ਫਿਰ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਵੀ ਹੁਣ ਜੇ ਕਿਸੇ ਵਿਧਾਇਕ ਨੂੰ ਨਾਲ ਲੈ ਕੇ ਆਉਣਾ ਤੇ ਫਿਰ ਉਹਨੂੰ ਫੈਸਿਲਿਟੀ ਕੀ ਹੋਰ ਦੇਣੀ ਐਕਸਟਰਾ ਵਿਧਾਇਕ ਹੋਣ ਤੋਂ ਇਲਾਵਾ। ਸੋ ਇਹ ਚੀਜ਼ਾਂ ਜਿਹੜੀਆਂ ਬੇਸਿਕਲੀ ਉਹਦੇ ਵਿੱਚ ਹੌਲੀ ਹੌਲੀ ਜਿਹੜੀਆਂ ਉਹ ਤੁਹਾਡਾ ਵੀ ਵਿਕਰਮ ਰੋਲ ਹੈਗਾ। ਇਹ ਆਪਾਂ ਨਾ ਕਹੀਏ ਵੀ ਹਾਂ ਵੀ ਮੀਡੀਆ ਦਾ ਰੋਲ ਨਹੀਂ ਹੈਗਾ। ਨਹੀਂ, ਅਸੀਂ ਤਾਂ ਪ੍ਰਗਟ ਸਿੰਘ ਜੀ ਜਿਹੜੀ ਤੁਸੀਂ ਗੱਲ ਚੁੱਕੀ, ਅਸੀਂ ਤਾਂ ਗੱਲ ਬਿਲਕੁਲ ਦਿਖਾਈ ਹੈ ਬਿਨਾਂ ਕੱਟ ਵੱਢ ਦੇ, ਬਿਲਕੁਲ ਫੇਰ ਜੋ ਪ੍ਰਗਟ ਸਿੰਘ ਜੀ ਬੋਲੇ ਅਸੀਂ ਉਹ ਵੀ ਦਿਖਾਇਆ, ਜੋ ਕੈਪਟਨ ਅਮਰਿੰਦਰ ਸਿੰਘ ਬੋਲੇ ਉਹ ਵੀ ਦਿਖਾਇਆ ਸੀ। ਤਾਂ ਜੀ ਮੈਂ ਇਹ ਨਹੀਂ ਕਹਿੰਦਾ, ਮੈਂ ਗੱਲ ਕਰਦਾ ਵੀ ਜਦੋਂ ਇਦਾਂ ਦੀ ਗੱਲ ਤੁਰ ਪੈਂਦੀ ਹੈ ਨਾ ਵੀ ਦੋ ਧੜੇ ਲੜ ਪਏ ਆ, ਇਹ ਦੋ ਧੜੇ ਜਦੋਂ ਇਸ਼ੂਜ਼ ਦੀ ਗੱਲ ਹੋਊਗੀ ਤਾਂ ਫਿਰ ਮੈਨੂੰ ਲੱਗਦਾ ਕਿ ਜਿਹੜੇ ਵਿਧਾਇਕ ਇਸ ਗੱਲ ਤੇ ਖੜੇ ਹੋਣਗੇ ਕੱਲ ਨੂੰ ਲੋਕਾਂ ਦੇ ਵਿੱਚ ਸਾਰਿਆਂ ਨੇ ਜਾਣਾ ਹੈਗਾ। ਤੇ ਜਦੋਂ ਲੋਕਾਂ ਦੇ ਜਾਣਗੇ ਤੇ ਫਿਰ ਲੋਕੀ ਦੇਖੋ, ਹਜੇ ਦੁਆਬੇ ਦੇ ਵਿੱਚ ਤਾਂ ਕੰਪੈਰੀਟਿਵਲੀ ਘੱਟ ਆ, ਮਾਲਵੇ ਦੇ ਵਿੱਚ ਤਾਂ ਕਈਆਂ ਪਿੰਡਾਂ ਨੇ ਬੋਰਡ ਵੀ ਲਾਤੇ ਵੀ ਇੱਥੇ ਪੋਲੀਟੀਕਲ ਬੰਦਾ ਵੜੇ ਨਾ। ਦੇਖੋ, ਜਦੋਂ ਅਸੀਂ ਇਸ ਅੱਜ ਦੇ ਸਿਸਟਮ ਦੇ ਵਿੱਚ ਪੋਲੀਟੀਕਲ ਲੋਕ ਜਿਹੜੇ ਆ ਉਹ ਕਿਤੇ ਕਿਤੇ ਲੋਐਸਟ ਐਬ ਦੇ ਉੱਤੇ ਹੈਗੇ ਆ, ਤਾਂ ਫਿਰ ਵੀ ਜੇ ਦੀ ਮੈਂ ਨਹੀਂ ਕਹਿੰਦਾ, ਜੇ ਇਹਨਾਂ ਨੂੰ ਵੀ ਜ਼ਰੂਰਤ ਹੈਗੀ ਆ, ਤੁਸੀਂ ਇੱਕ ਕ੍ਰਾਈਟੇਰੀਆ ਬਣਾ ਲਓ ਕਿ ਕੰਪੈਰੀਟਿਵ ਗਰਾਊਂਡ ਕਹਿੰਦੇ ਕਿ ਤੇ ਉਸ ਪੈਸ਼ਨੇਟ ਗਰਾਊਂਡ ਦੇ ਵਿੱਚ ਜੇ ਇਹ ਵੀ ਫਾਲ ਕਰਦੇ ਆ ਤੇ ਇਹਨਾਂ ਨੂੰ ਵੀ ਦੇ ਦਿਓ। ਪਰ ਜਿਹੜੇ ਵਾਕਈ ਫਾਲ ਕਰਦੇ ਆ, ਮੰਨ ਲਓ ਸਾਡੇ ਆ ਕਿਸਾਨ ਹੈਗੇ ਆ ਜਿਹੜੇ 450 ਕਿਸਾਨਾਂ ਦੀ ਜਿਹੜੀ ਆਦਤ ਹੋਈ, ਜਾਂ ਜਿਹੜੇ ਟੈਰੋਰਿਜ਼ਮ ਦੇ ਸਮੇਂ ਜਿਹੜੇ ਪੁਲਿਸ ਵਾਲਿਆਂ ਦੀਆਂ ਫੈਮਿਲੀ ਜਾਂ ਹੋਰ ਲੋਕਾਂ ਦੀਆਂ ਫੈਮਿਲੀਆਂ, ਜੇ ਫਿਰ ਉਹਨਾਂ ਨੂੰ ਉਹਦੇ ਕੈਟਾਗਰੀ 'ਚ ਲੈ ਲਓ ਨਾ, ਤੇ ਫਿਰ ਉਸ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਵੀ ਕਲੱਬ ਕਰ ਲਓ, ਉਹਨਾਂ ਨੂੰ ਵੀ ਦੇ ਦਿਓ। ਜੇ ਉਹਨਾਂ 'ਚ ਕੰਪੈਸ਼ਨੇਟ ਗਰਾਊਂਡ ਦੇ ਪੈਰਾਮੀਟਰਸ ਫਿਕਸ ਕਰ ਲਓ, ਜੇ ਇਹਦੇ ਵਿੱਚ ਇਹ ਵੀ ਫਾਲ ਕਰਦੇ ਆ ਤੇ ਇਹਨਾਂ ਨੂੰ ਵੀ ਦੇ ਦਿਓ। ਪ੍ਰਗਟ ਜੀ, ਮੇਰਾ ਇੱਕ ਸਵਾਲ, ਇੱਕ ਹੋਰ ਸਵਾਲ ਹੈ ਮੇਰਾ, ਕਿ ਜਿਹੜੇ ਜਿੱਦਾਂ ਮੈਂ ਪਹਿਲਾਂ ਵੀ ਸਵਾਲ ਕੀਤਾ ਤੁਹਾਡੇ ਤੋਂ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਪੈਦਾ ਵੀ ਨਹੀਂ ਹੋਏ ਸੀ ਜਿਹੜੇ ਵਿਰੋਧ ਕਰ ਰਹੇ ਨੇ। ਪੈਦਾ ਤਾਂ ਫਿਰ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ, ਬਲੱਡ ਰਿਲੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲੀ, ਪੈਦਾ ਤਾਂ ਉਹ ਵੀ ਨਹੀਂ ਹੋਏ ਸੀਗੇ ਜਿਨ੍ਹਾਂ ਨੂੰ ਹੁਣ ਨੌਕਰੀ ਦਿੱਤੀ ਜਾ ਰਹੀ ਹੈ। ਦੇਖੋ ਵਿਕਰਮ ਜੀ, ਜੇ ਜਸਟੀਫਾਈ ਕਰਨਾ ਹੋਵੇ ਤਾਂ ਉਹ 20 ਤਰ੍ਹਾਂ ਦੇ ਆਰਗੂਮੈਂਟ ਹੈਗੇ ਆ, ਪਰ ਇਹ ਕੋਈ ਲੌਜੀਕਲ ਗੱਲ ਨਹੀਂ ਹੈਗੀ ਮੈਨੂੰ ਲੱਗਦਾ। ਕਿਉਂਕਿ ਕਈ ਵਾਰੀ ਦੇਖੋ ਡਿਸੀਜਨ ਕਈ ਵਾਰੀ ਲੈ ਹੋ ਜਾਂਦੇ ਆ, ਬਟ ਮੈਨੂੰ ਲੱਗਦਾ ਜਦੋਂ ਅਸੀਂ ਬੈਠ ਕੇ ਕਮਰੇ ਦੇ ਵਿੱਚ ਉਹਨੂੰ ਧਿਆਨ ਨਾਲ ਸੋਚੀਏ, ਉਹਦੇ ਬੇਸਿਕਲੀ ਬਾਟਮ ਲਾਈਨ ਤੱਕ ਜਾਈਏ, ਤਾਂ ਫਿਰ ਸਾਨੂੰ ਦੇਖੋ ਇੱਕ ਸਾਡੇ ਇਦਾਂ ਦੀ ਗੱਲ ਫੀਲਿੰਗ ਆ ਗਈ ਆ ਸਾਡੇ ਪੋਲੀਟੀਸ਼ੀਅਨਸ ਨੂੰ ਵੀ, ਬਿਊਰੋਕਰੈਟ ਨੂੰ ਵੀ, ਵੀ ਆਰ ਦਾ ਓਨਰ। ਬੇਸਿਕਲੀ ਅਸੀਂ ਓਨਰ ਨਹੀਂ ਹੈਗੇ, ਵੀ ਆਰ ਦਾ ਕਸਟੋਡੀਅਨ। ਤੇ ਕਸਟੋਡੀਅਨ ਦੇ ਤੌਰ ਤੇ ਸਾਨੂੰ ਕੰਮ ਕਰਨਾ ਚਾਹੀਦਾ, ਨਾ ਕਿ ਓਨਰ ਦੇ ਤੌਰ ਤੇ ਕੰਮ ਕਰਨਾ ਚਾਹੀਦਾ। ਸੋ ਇਸ ਕਰਕੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਕਿ ਅਸੀਂ ਜੋ ਕਰ ਦਈਏ ਉਹ ਸਾਡੀ ਫੀਫਡਮ ਹੈ, ਇਹ ਸਾਡੀ ਫੀਫਡਮ ਨਹੀਂ ਹੈ। ਵੀ ਆਰ ਬਾਉਂਡ ਬਾਈ, ਕਿਉਂਕਿ ਅਸੀਂ ਤਾਂ ਬੇਸਿਕਲੀ ਲਾਅ ਮੇਕਰ ਆ, ਪੋਲੀਟੀਕਲ ਸਿਸਟਮ। ਐਗਜ਼ੈਕਟਿਵ ਪਾਵਰ ਜਿਹੜੀ ਆ ਐਗਜ਼ੈਕਟਿਵ ਦੇ ਕੋਲ ਹੈਗੀ ਆ। ਸੋ ਅਸੀਂ ਉਹਨੂੰ ਬੇਸਿਕਲੀ ਤਾਂ ਉਹਨੂੰ ਦੇਖ ਕੇ ਜੋ ਗੱਲ ਠੀਕ ਹੈਗੀ ਆ, ਜਾਂ ਤਾਂ ਫਿਰ ਅਮੈਂਡਮੈਂਟ ਲੈ ਆਈਏ, ਜਾਂ ਇਹ ਵੀ ਲੈ ਆਈਏ ਵੀ ਹੁਣ ਜਿਹੜਾ ਕੰਪੈਸ਼ਨੇਟ ਗਰਾਊਂਡ ਆ ਉਹਦੇ ਪੈਰਾਮੀਟਰ ਕੀ ਹੋਣੇ ਚਾਹੀਦੇ ਆ। ਉਹ ਪੈਰਾਮੀਟਰ ਪੋਲੀਟੀਸ਼ੀਅਨ ਲਈ ਵੀ ਉਹੀ ਹੋਵੇ ਤੇ ਪੈਰਾਮੀਟਰ ਦੂਸਰੇ ਆਮ ਲੋਕਾਂ ਲਈ ਵੀ ਉਹੀ ਹੋਵੇ। ਲੋਕਾਂ ਦੀ ਰਿਜ਼ੈਂਟਮੈਂਟ ਕਾਹਦੀ ਆ? ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਇਹ ਆ ਵੀ ਮਤਲਬ ਕਹਿ ਲਓ ਕਿ ਜਿੱਦਾਂ ਕਹਿੰਦੇ ਹੁੰਦੇ ਵੀ ਅੰਨਾ ਵੰਡੇ ਰੇੜੀਆਂ ਮੁੜ ਆਪਣਿਆਂ ਨੂੰ। ਅੱਛਾ, ਫਿਰ ਬੇਸਿਕਲੀ ਬਾਕੀਆਂ ਲਈ ਵੀ ਆਪਾਂ ਤਾਂ ਕੀ ਕਰਨਾ ਹੈਗਾ, ਵੋਟਾਂ ਤਾਂ ਉਹਨਾਂ ਨੇ ਵੀ ਪਾਈਆਂ ਹੈਗੀਆਂ, ਉਹ ਵੀ ਇਸ ਧਰਤੀ ਦੇ ਵਸਿੰਦੇ ਹੈਗੇ ਆ, ਉਹ ਵੀ ਉਹੀ ਐਕਸਪੈਕਟ ਕਰਦੇ ਆ ਜੋ ਇੱਕ ਦੇਖੋ ਅੱਜ ਦੁਨੀਆ ਦੇ ਉੱਤੇ ਜਿਹੜੀ ਪੋਲਿਟਿਕਸ ਆ ਉਹ ਇੱਕ ਡਿਫਰੈਂਟ ਪਾਸੇ ਨੂੰ ਜਾ ਰਹੀ ਆ, ਤੇ ਅਸੀਂ ਅੱਜ ਤੋਂ 20 ਸਾਲ ਪਿੱਛੇ ਵਾਲੀਆਂ ਗੱਲਾਂ ਕਰੀ ਜਾਂਦੇ ਆ। ਕਿਉਂਕਿ ਜੇ ਅਸੀਂ ਇੱਧਰ ਨਹੀਂ ਤੁਰਾਂਗੇ ਤਾਂ ਹੌਲੀ ਹੌਲੀ ਅਸੀਂ ਪਿਛੜ ਜਾਵਾਂਗੇ। ਪੰਜਾਬ ਪਿਛੜ ਜੋ ਆਲਰੇਡੀ ਬੜਾ ਪਿਛੜ ਗਿਆ। ਜਿਹੜੀ ਗੱਲ
ਜਿਹੜੀ ਗੱਲ ਪ੍ਰਗਟ ਸਿੰਘ ਜੀ ਤੁਸੀਂ ਕਹੀ ਹੈ ਕੱਲ ਰਾਜਨੀਤੀ ਡੀਕੋਡ ਪ੍ਰੋ ਪੰਜਾਬ ਟੀਵੀ ਦਾ ਜੋ ਪ੍ਰੋਗਰਾਮ ਹੈ ਸਾਡੇ ਸੰਪਾਦਕ ਯਾਦਵਿੰਦਰ ਜੀ ਹੁਣਾਂ ਨੇ ਕੀਤਾ ਸੀ, ਉਹਦੇ ਵਿੱਚ ਤੁਸੀਂ ਤਾਂ ਡਾਇਰੈਕਟਲੀ ਕਹਿ ਦਿੱਤਾ ਕਿ ਅੰਨਾ ਵੰਡੇ ਰੇਵੜੀਆਂ ਮੁੜ ਮੁੜ ਆਪਣਿਆਂ ਨੂੰ, ਪਰ ਅਸੀਂ ਇਹ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੰਡਣ ਨੌਕਰੀਆਂ ਮੁੜ ਮੁੜ ਆਪਣਿਆਂ ਨੂੰ, ਪਰ ਤੁਸੀਂ ਤਾਂ ਬੜਾ ਕਲੀਅਰਲੀ ਉਹਨੂੰ ਕਲੀਅਰ ਕਰ ਦਿੱਤਾ। ਕੀ ਫਿਰ ਕੈਪਟਨ ਅਮਰਿੰਦਰ ਸਿੰਘ ਪੂਰੀ ਬ੍ਰਿਗੇਡ ਨਾਲ ਖੜੀ ਕਰਨਾ ਚਾਹੁੰਦੇ ਨੇ? ਕਿਉਂਕਿ ਕੁਝ ਲੋਕ ਦੂਰ ਹੋ ਗਏ, ਭਾਵੇਂ ਸਰਕਾਰੀਆ ਹੋਣ, ਭਾਵੇਂ ਸੁਖਜਿੰਦਰ ਰੰਧਾਵਾ ਹੋਣ, ਜਾਂ ਇਸ ਨੌਕਰੀ ਦੇ ਬਹਾਨੇ ਹੋਰ ਵਿਧਾਇਕਾਂ ਦੀ ਫੌਜ ਨਾਲ ਖੜੀ ਕਰਨਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ? ਦੇਖੋ, ਇਹ ਅਨਫੋਰਚੂਨੇਟਲੀ ਆ, ਇਹ ਪਾਰਟੀ ਲਈ ਵੀ ਅਨਫੋਰਚੂਨੇਟ ਆ, ਇਹ ਸਰਕਾਰ ਲਈ ਵੀ ਅਨਫੋਰਚੂਨੇਟ ਆ। ਮੈਨੂੰ ਲੱਗਦਾ ਜਿਹੜੇ ਈਵਨ ਕਿ ਜੇ ਕੋਈ ਵਿਰੋਧ ਦੇ ਵਿੱਚ ਵੀ ਹੈਗੇ ਆ, ਉਹਨਾਂ ਦੀ ਗੱਲ ਸੁਣ ਲਓ। ਜੇ ਉਹਨਾਂ ਦੀ ਲੌਜੀਕਲ ਗੱਲ ਠੀਕ ਆ ਤੇ ਉਹਦੇ ਤੇ ਪਹਿਰਾ ਦੇ ਲਈ। ਜੇ ਜੇ ਕੈਪਟਨ ਅਮਰਿੰਦਰ ਸਿੰਘ ਜੀ ਵਾਲੀ ਜੇ ਗੱਲ ਲੌਜੀਕਲ ਠੀਕ ਹੈਗੀ ਆ ਤੇ ਆਪਾਂ ਉਹਦੇ ਕੋਈ ਇਦਾਂ ਦਾ ਪੈਰਾਮੀਟਰ ਫਿਕਸ ਕਰ ਲਓ, ਉਹਨੂੰ ਪਬਲਿਕ ਪਲੇਟਫਾਰਮ ਤੇ ਲੈ ਆਓ। ਜੇ ਪਬਲਿਕ ਦੇ ਵਿੱਚ ਗੱਲ ਓਪੀਨੀਅਨ ਠੀਕ ਹੁੰਦੀ ਆ ਵੀ ਹਾਂ ਵੀ ਇਹਨਾਂ ਨੂੰ ਮਿਲਣੀ ਚਾਹੀਦੀ ਆ ਤਾਂ ਫਿਰ ਦੇ ਦਿਓ, ਤੇ ਜੇ ਫਿਰ ਪਬਲਿਕ ਦੇ ਵਿੱਚ ਇਹ ਗੱਲ ਨਹੀਂ ਠੀਕ ਲੱਗਦੀ ਤਾਂ ਫਿਰ ਨਹੀਂ ਦੇਣੀ ਚਾਹੀਦੀ। ਇਹਦੇ ਪੈਰਾਮੀਟਰਸ ਤਾਂ ਰੱਖ ਲਈਏ ਨਾ। ਤੁਹਾਨੂੰ ਕੀ ਲੱਗਦਾ ਹੱਲ ਕੀ ਆ ਪ੍ਰਗਟ ਸਿੰਘ ਜੀ? ਹੱਲ ਕੀ ਹੈ ਫਿਰ? ਕੀ ਲੱਗਦਾ ਤੁਹਾਨੂੰ? ਕੀ ਲੱਗਦਾ ਰੱਦ ਹੋਣੀ ਚਾਹੀਦੀ ਹੈ ਇਹ ਨਿਯੁਕਤੀ? ਰੱਦ ਕਰਨੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ? ਰੱਦ ਕਰਨੀ ਚਾਹੀਦੀ ਆ। ਔਰ ਜੇ ਕਿਤੇ ਕੋਈ ਡਿਸੀਜਨ ਹੋ ਵੀ ਜਾਂਦੇ ਹੁੰਦੇ ਆ, ਉਹਨੂੰ ਇੰਨਾ ਰਿਜਿਡਿਟੀ ਨਾਲ ਨਹੀਂ ਲੈਣਾ ਚਾਹੀਦਾ। ਮੈਂ ਤਾਂ ਅੱਗੇ ਵੀ ਜਦੋਂ ਜਿਹੜਾ ਬੇਸਿਕਲੀ ਜਦੋਂ ਕਿਸਾਨਾਂ ਦੀ ਗੱਲ ਹੋਈ ਆ, ਉਹਦੇ ਵਿੱਚ 3 ਬਿੱਲ ਬਣੇ ਆ। ਬੇਸਿਕਲੀ ਮੋਦੀ ਸਾਹਿਬ ਨੂੰ ਚਾਹੀਦਾ ਤੇ ਇਹ ਸੀਗਾ ਵੀ ਆਉਂਦੇ ਕਿਸਾਨਾਂ ਦੇ ਵਿੱਚ ਥੋੜੇ ਦਿਨਾਂ 'ਚ ਹੀ, ਤੇ ਉਹਨਾਂ ਨੂੰ ਕਹਿੰਦੇ ਦੇਖੋ ਮੈਂ ਬਣਾਏ ਤਾਂ ਤੁਹਾਡੇ ਭਲੇ ਲਈ ਆ, ਪਰ ਜੇ ਤੁਸੀਂ ਸੋਚਦੇ ਆ ਤੇ ਤੁਸੀਂ ਆਪਾਂ ਅੱਜ ਤੋਂ ਇਹ ਕਾਨੂੰਨ ਰੱਦ ਕੀਤੇ, ਲੇਕਿਨ ਆਪਾਂ ਇਹਦੇ ਵਿੱਚ ਕੋਈ ਐਕਸਪਰਟਸ ਦੀ ਕਮੇਟੀ ਬਣਾ ਲੈਂਦੇ ਆ, ਉਹਨਾਂ ਨੂੰ 6 ਮਹੀਨੇ ਦਾ, ਸਾਲ ਦਾ ਸਮਾਂ ਦੇ ਦਿੰਦੇ ਆ, ਇਹਨੂੰ ਰਿਵਿਊ ਕਰ ਲਓ, ਇਹਦੇ ਵਿੱਚ ਆਪਣੀ ਇਨਪੁਟ ਪਾ ਲਓ, ਤੇ ਜੇ ਆਪਾਂ ਨੂੰ ਲੱਗਦਾ ਹੋਊਗਾ ਵੀ ਉਹ ਬੈਨੀਫਿਟਡ ਆ ਤੇ ਆਪਾਂ ਉਹ ਕਰ ਲਈਏ, ਨਹੀਂ ਤਾਂ ਫਿਰ ਨਾ ਕਰੀਏ। ਲੇਕਿਨ ਮੈਂ ਨਾ ਮਾਨੂ ਵਾਲੀ ਸਥਿਤੀ ਦੇ ਵਿੱਚ ਬੇਸਿਕਲੀ ਸਿਸਟਮ ਦਾ ਨੁਕਸਾਨ ਬਹੁਤ ਹੋ ਜਾਂਦਾ, ਕਿਉਂਕਿ ਦੇਖੋ ਮਹੀਨਿਆਂ ਤੋਂ ਧਰਨੇ ਤੇ ਬੈਠੇ ਆ, ਉਹ ਜਿਹੜੀ એનર્ਜੀ ਆ ਕਿੱਥੇ ਤਾਂ ਉਹ ਪੋਜ਼ਿਟਿਵ ਕੰਮ ਤੇ ਲੱਗਣੀ ਸੀ, ਉਹ ਨੈਗੇਟਿਵ ਕੰਮ ਤੇ ਲੱਗ ਗਈ। ਉਸ ਨੈਗੇਟਿਵ ਆਪਣੇ ਹੁੰਦਾ ਕੀ ਆ ਵੀ ਸਾਡੇ ਦੇਸ਼ ਦਾ ਜਿੰਨਾ ਵੀ ਨੁਕਸਾਨ ਹੁੰਦਾ ਤਾਂ ਸਾਡੇ ਦੇਸ਼ ਦਾ ਹੀ ਆ। ਜੇ ਪੰਜਾਬ ਦਾ ਨੁਕਸਾਨ ਹੁੰਦਾ ਤੇ ਹੁੰਦਾ ਤਾਂ ਪੰਜਾਬ ਦਾ ਹੀ ਆ। ਔਰ ਉਹਦੇ ਲਈ ਹਰ ਬੰਦਾ ਜਿਹੜਾ ਆ, ਕਿਉਂਕਿ ਜਿੱਥੇ ਸਾਨੂੰ ਯੂਥ ਨੂੰ ਨੌਕਰੀਆਂ, ਦੇਖੋ ਮੈਂ ਪਿੱਛੇ ਜਿਹੇ ਇੱਕ ਸਰਵੇ ਪੜ੍ਹ ਰਿਹਾ ਸੀ ਵੀ ਅਪਰੋਕਸੀਮੇਟਲੀ 1 ਲੱਖ ਬੱਚਾ ਜਿਹੜਾ ਹਰ ਸਾਲ ਪੰਜਾਬ ਦੇ ਵਿੱਚੋਂ ਜਾ ਰਿਹਾ, ਔਰ 40,000 ਕਰੋੜ ਰੁਪਈਆ ਪੰਜਾਬ ਚੋਂ ਜਾ ਰਿਹਾ। ਦੇਖੋ ਜੀ, ਇੰਨੀ ਵੱਡੀ ਪੂੰਜੀ ਤੇ ਇੰਨਾ ਵੱਡਾ ਸਾਡਾ ਯੂਥ ਜਿਹੜਾ ਬਾਹਰ ਜਾ ਰਿਹਾ, ਐਂਡ ਆਫ ਦਾ ਡੇ ਆਪਾਂ ਪੰਜਾਬ ਦੇ ਵਿੱਚ ਕਰਾਂਗੇ ਕੀ? ਕਿਉਂਕਿ ਜਿਹੜਾ ਯੂਥ ਹੁੰਦਾ ਉਹ ਸਰਮਾਇਆ ਹੁੰਦਾ, ਉਹਨੇ ਪੋਜ਼ਿਟਿਵਲੀ, ਕਿਉਂਕਿ ਉਹਦੇ ਕੋਲ એનર્ਜੀ ਵੱਧ ਹੁੰਦੀ ਆ, ਉਹਨੇ ਪੋਜ਼ਿਟਿਵਲੀ ਕੰਮ ਕਰਨਾ ਹੁੰਦਾ। ਪਰ ਜੇ ਇਦਾਂ ਦੀ ਫੀਲਿੰਗ ਆ ਜਾਵੇ ਤਾਂ ਫਿਰ ਅਲਟੀਮੇਟਲੀ ਹੌਲੀ-ਹੌਲੀ ਸਰਕਾਰ ਕਿਸੇ ਦੀ ਵੀ ਆਵੇ, ਕਿਸੇ ਪਾਰਟੀ ਦੀ ਆਵੇ, ਲੇਕਿਨ ਇਸ ਪੰਜਾਬ ਨੂੰ ਬਚਾਉਣਾ ਔਖਾ ਹੋ ਜਾਊਗਾ। ਇਸ ਕਰਕੇ ਚੰਗੇ ਸੁਹਿਰਦ ਲੋਕਾਂ ਦੀ ਜ਼ਰੂਰਤ ਹੈਗੀ ਆ, ਉਹ ਚਾਹੇ ਡੈਮੋਕ੍ਰੇਸੀ ਦੇ ਕਿਸੇ ਥਾਂ ਵਿੱਚ ਵੀ ਹੋਣ, ਕਿਸੇ ਪਾਰਟੀ ਦੇ ਵਿੱਚ ਵੀ ਹੋਣ, ਤਾਂ ਕਿ ਜਿਹੜੀ ਡਿਸਕਸ਼ਨ ਤੋਂ ਬਾਅਦ ਜਿਹੜੀ ਚੀਜ਼ ਲੋਕਾਂ ਦੇ ਵਿੱਚ ਜਾਵੇ ਤੇ ਉਹਦੇ ਤੇ ਫਿਰ ਪਹਿਰਾ ਦੇਣ ਦੀ ਜ਼ਰੂਰਤ ਹੈਗੀ। ਇਹਨਾਂ ਨਿਯੁਕਤੀਆਂ ਦੇ ਨਾਲ, ਇਹਨਾਂ ਨੌਕਰੀਆਂ ਨਾਲ ਨੁਕਸਾਨ ਹੋਏਗਾ ਪੰਜਾਬ ਸਰਕਾਰ ਨੂੰ ਜਾਂ 2022 ਦੇ ਚੋਣਾਂ ਦੇ ਵਿੱਚ, ਜਾਂ ਪੰਜਾਬ ਕਾਂਗਰਸ ਨੂੰ ਪ੍ਰਗਟ ਸਿੰਘ ਜੀ? ਨਹੀਂ, ਮੈਨੂੰ ਲੱਗਦਾ ਹੈਗਾ ਵੀ ਡੈਫੀਨੇਟਲੀ, ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਪੈਰਾਮੀਟਰ ਆਪਣੇ ਲਈ ਅਲੱਗ ਕਰਦੇ ਆ ਤੇ ਲੋਕਾਂ ਲਈ ਅਲੱਗ ਕਰਦੇ ਆ, ਜਿੱਥੇ ਫਿਰ ਪੋਲੀਟੀਕਲ ਬੰਦੇ ਤੇ ਆਲਰੇਡੀ ਇਹਨਾਂ ਦੇ ਇਲਜ਼ਾਮ ਜਿਹੜੇ ਬਹੁਤ ਲੱਗ ਰਹੇ ਹੈਗੇ ਆ, ਤੇ ਪੰਜਾਬੀ ਵੋਕਲ ਤਾਂ ਹੈਗਾ, ਤੇ ਪੰਜਾਬੀ ਵੋਕਲ ਹੋਣ ਕਰਕੇ, ਕਿਉਂਕਿ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਇਹ ਪੰਜਾਬ ਜਿਹੜਾ ਪੋਲੀਟੀਕਲੀ ਕਿਓਸ ਵੱਲ ਨੂੰ ਵੱਧ ਰਿਹਾ ਹੈਗਾ, ਔਰ ਉਹਨੂੰ ਕਿਤੇ ਨਾ ਕਿਤੇ ਰੋਕਣ ਦੀ ਜ਼ਰੂਰਤ ਹੈਗੀ ਆ। ਕਾਂਗਰਸ ਪਾਰਟੀ ਦੇ ਵਿੱਚ ਕੈਪੈਸਿਟੀ ਹੈਗੀ ਆ, ਉਹਨੂੰ ਜੇ ਕਲੈਕਟਿਵਲੀ ਅਸੀਂ ਥਾਟ ਪ੍ਰੋਸੈਸ ਦੇ ਕੇ ਚੰਗੇ ਪਾਸੇ ਨੂੰ ਲੈ ਚੱਲੀਏ, ਗੱਲ ਤਾਂ ਇੱਕ ਆਖਰੀ ਸਵਾਲ ਆ ਪ੍ਰਗਟ ਸਿੰਘ ਜੀ ਮੇਰਾ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਹੜੇ 2 ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਮਿਲੀ ਆ? ਤੁਹਾਨੂੰ ਕੀ ਲੱਗਦਾ? ਕਿਉਂਕਿ ਚੰਗੀ ਸੰਪत्ति ਹੈ ਉਹਨਾਂ ਕੋਲੇ, ਮੈਂ ਦੇਖ ਰਿਹਾ ਸੀਗਾ ਗੂਗਲ ਤੇ ਵੀ, ਕਿਉਂਕਿ ਚੰਗੀ ਸੰਪत्ति ਹੈ ਉਹਨਾਂ ਕੋਲੇ, ਔਰ ਕੀ ਲੱਗਦਾ ਉਹਨਾਂ ਨੂੰ ਇਹ ਨੌਕਰੀ ਨਹੀਂ ਲੈਣੀ ਚਾਹੀਦੀ? ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਆਪ ਹੀ ਕਹਿ ਦੇਣਾ ਚਾਹੀਦਾ ਕਿ ਸਾਨੂੰ ਇਸ ਨੌਕਰੀ ਦੀ ਜ਼ਰੂਰਤ ਨਹੀਂ ਹੈ। ਚਾਹੇ ਸਰਕਾਰ ਨੇ ਸਾਨੂੰ ਇਹ ਨੌਕਰੀ ਦੇ ਦਿੱਤੀ ਆ ਤੇ ਉਹਦੇ 'ਚ ਲੱਗਦਾ ਸਾਰੇ ਸਿਸਟਮ ਦੀ ਭਲਾਈ ਆ, ਔਰ ਉਹ ਵੀ ਇੱਕ ਚੰਗੇ ਕਿਰਦਾਰ ਵਜੋਂ ਅੱਗੇ ਉੱਭਰਨਗੇ, ਕਿਉਂਕਿ ਉਹਨਾਂ ਨੂੰ ਜੇ ਉਹ ਆਪ ਹੀ ਇਹ ਗੱਲ ਕਹਿ ਦੇਣ ਤਾਂ ਮੈਨੂੰ ਲੱਗਦਾ ਉਹ ਪਾਰਟੀ ਦਾ ਵੀ ਫਾਇਦਾ ਹੈਗਾ, ਉਹਦੇ 'ਚ ਸਰਕਾਰ ਦਾ ਵੀ ਫਾਇਦਾ ਹੈਗਾ, ਔਰ ਉਹਦੇ ਨਾਲ ਇਹੋ ਜਿਹੀ
ਮੈਸੇਜ ਵੀ ਜਾਂਦਾ ਹੈਗਾ ਵੀ ਜਿਹੜਾ ਪੋਲੀਟੀਕਲ ਬੰਦਾ ਆ ਉਹ ਇੰਨਾ ਲਾਲਚੀ ਨਹੀਂ ਹੈਗਾ। ਪਰ ਜੇ ਅਸੀਂ ਇਦਾਂ ਕਹੀਏ ਵੀ ਰਿਜਿਡ ਬਣ ਜਾਈਏ, ਉਹ ਵੀ ਰਿਜਿਡ ਹੋ ਜਾਣ, ਸਾਡੇ ਮਿਨਿਸਟਰ ਸਾਹਿਬ ਵੀ ਰਿਜਿਡ ਹੋ ਜਾਣ, ਤਾਂ ਫਿਰ ਅਲਟੀਮੇਟਲੀ ਫਾਇਦਾ ਤਾਂ ਪਤਾ ਨਹੀਂ ਕਿਹਦਾ ਹੋਊਗਾ, ਕਿਸੇ ਦਾ ਹੋਊਗਾ ਕਿ ਨਹੀਂ ਹੋਊਗਾ, ਬਟ ਨੁਕਸਾਨ ਪੰਜਾਬ ਦਾ ਜ਼ਰੂਰ ਹੋਊਗਾ। ਸੋ ਇੱਕ ਇੱਕ ਹੋਰ ਸਵਾਲ ਹੈ ਮੇਰਾ, ਕੈਪਟਨ ਅਮਰਿੰਦਰ ਸਿੰਘ ਨਾਲ ਜੇ ਕਦੇ ਮੁਲਾਕਾਤ ਹੋਈ ਹੈ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਹਾਲਾਂਕਿ ਚਿੱਠੀਆਂ ਪਹਿਲਾਂ ਵੀ ਤੁਸੀਂ ਲਿਖਦੇ ਰਹੇ ਹੋ, ਉਹ ਵੱਖਰੀ ਗੱਲ ਹੈ ਕਿ ਉਸਦਾ ਜਵਾਬ ਨਹੀਂ ਮਿਲਦਾ ਰਿਹਾ, ਕੋਈ ਚਿੱਠੀ ਪੱਤਰ ਲਿਖੋਗੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਜਾਂ ਕੋਈ ਸੁਨੇਹਾ ਲਾਓਗੇ ਵੀ ਰੱਦ ਕੀਤਾ ਜਾਵੇ ਇਹਨਾਂ ਨੂੰ? ਨਹੀਂ, ਮੈਂ ਤਾਂ ਬੇਸਿਕਲੀ ਪਹਿਲਾਂ ਵੀ ਇਹ ਗੱਲ ਕਹੀ ਆ, ਹੁਣ ਵੀ ਕਹੀ ਆ, ਔਰ ਜਿਹੜੇ 5 ਮਿਨਿਸਟਰਸ ਨੇ ਵਿਰੋਧ ਕੀਤਾ, ਮੈਂ ਤਾਂ ਉਹਨਾਂ ਦਾ ਧੰਨਵਾਦ ਵੀ ਕਰਦਾ। ਬਾਕੀ ਮਿਨਿਸਟਰਸ ਨੂੰ ਵੀ ਇਸ ਗੱਲ ਤੇ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਆ ਵੀ ਭਾਈ ਇਹ ਸਾਡੀ ਪਾਰਟੀ ਲਈ, ਸਾਡੀ ਸਰਕਾਰ ਲਈ, ਪੰਜਾਬ ਲਈ ਇਹ ਬਿਹਤਰੀਨ ਡਿਸੀਜਨ ਆ। ਜੇ ਬਿਹਤਰੀਨ ਡਿਸੀਜਨ ਨਹੀਂ ਹੈਗਾ ਤੇ ਸਾਨੂੰ ਇਸ ਗੱਲ ਲਈ ਅਪੋਜ਼ ਕਰਨਾ ਚਾਹੀਦਾ। ਠੀਕ ਆ, ਕਿਸੇ ਦੀ ਹੋ ਸਕਦਾ ਮਜਬੂਰੀ ਹੋਵੇ, ਲੇਕਿਨ ਹਰ ਇੰਡੀਵਿਜੂਅਲ ਦੀ ਮਜਬੂਰੀ ਨਾਲ ਉਹਨੂੰ ਨਹੀਂ ਜੋੜਨਾ ਚਾਹੀਦਾ ਤੇ ਸਾਨੂੰ ਬੇਸਿਕਲੀ ਉਹਦੇ ਤੇ ਰਿਐਕਟ ਕਰਨਾ ਚਾਹੀਦਾ ਹੈਗਾ। ਬਹੁਤ ਬਹੁਤ ਧੰਨਵਾਦ ਪ੍ਰਗਟ ਸਿੰਘ ਜੀ, ਪ੍ਰੋ ਪੰਜਾਬ ਟੀਵੀ ਨਾਲ ਜੁੜਨ ਲਈ ਔਰ ਆਪਣੀ ਵਿਭਾਗ ਰਾਏ ਰੱਖਣ ਵਾਸਤੇ। ਸੋ ਪ੍ਰਗਟ ਸਿੰਘ ਸਾਡੇ ਨਾਲ ਜੁੜੇ, ਔਰ ਪ੍ਰਗਟ ਸਿੰਘ ਜੀ ਹੁਣੇ ਕਹਿੰਦੇ ਨੇ ਕਿ ਇਹ ਨੌਕਰੀਆਂ ਜੋ ਨਿਯੁਕਤੀਆਂ ਦਿੱਤੀਆਂ ਨੇ ਇਹ ਗਲਤ ਨੇ, ਇਹਨਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ, ਤੇ ਨਾਲ ਹੀ ਜਿਨ੍ਹਾਂ 5 ਮੰਤਰੀਆਂ ਨੇ ਵਿਰੋਧ ਕੀਤਾ ਸੀ ਉਹਨਾਂ ਦਾ ਧੰਨਵਾਦ ਵੀ ਕੀਤਾ ਪ੍ਰਗਟ ਸਿੰਘ ਹੁਣਾਂ ਨੇ। ਪ੍ਰਗਟ ਸਿੰਘ ਹੁਣੀ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਨਿਯੁਕਤੀ ਨਹੀਂ ਦੇਣੀ ਚਾਹੀਦੀ ਸੀ, ਨੌਕਰੀਆਂ ਨਹੀਂ ਦੇਣੀਆਂ ਚਾਹੀਦੀਆਂ ਸੀ, ਕਿਉਂਕਿ ਚੰਗੀ ਸੰਪत्ति ਹੈ, ਚੰਗੀ ਪ੍ਰਾਪਰਟੀ ਹੈ ਉਹਨਾਂ ਦੇ ਕੋਲ। ਜਿਹੜੇ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ, ਚਾਹੀਦਾ ਸੀ ਕਿ ਨੌਕਰੀਆਂ ਕਿਸੇ ਜ਼ਰੂਰਤਮੰਦ ਨੂੰ ਦਿੱਤੀਆਂ ਜਾਂਦੀਆਂ। ਹੁਣ ਦੇਖਣਾ ਹੋਏਗਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਤੇ ਕੀ ਫੈਸਲਾ ਲੈਂਦੇ ਨੇ, ਕਿਉਂਕਿ ਉਹਨਾਂ ਦੀ ਪਾਰਟੀ ਦੇ ਲੋਕ ਹੀ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਇਸ ਫੈਸਲੇ ਦਾ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਧੰਨਵਾਦ।